ਅੱਜ ਭਾਜੀ ਬੜਾ ਯਾਰ ਅਫਸੋਸਨਾਕ ਵਾਕਿਆ ਸੁਣਿਆ ਤੇ ਪਤਾ ਲੱਗਾ ਤੈਨੂੰ? ਆਪਣੇ ਜਿਹੜਾ ਉਹ ਮਸਜਿਦ ਦੇ ਵਿੱਚ ਧਮਾਕਾ ਹੋਇਆ। ਹਾਂ ਬਹੁਤ ਯਾਰ ਅੱਲਾ ਪਾਕ 2 ਵਜੇ ਜ਼ੋਰ ਰਹਿਮ ਕਰੇ। ਹਾਂਜੀ ਹਾਂਜੀ, ਤੇ ਬੜੇ ਸ਼ਹੀਦ ਹੋਏ ਆ, ਜ਼ਖਮੀ ਵੀ ਹੋਏ ਆ। ਤੇ ਇਹ ਭਾਈ ਕੀ ਹਿਸਾਬ ਕਿਤਾਬ ਧਮਾਕਿਆਂ ਦਾ? ਅੱਲਾ ਪਾਕ ਜੀ ਜਿਹੜੇ ਤੇ ਇਸ ਧਮਾਕੇ 'ਚ ਆਪਣੇ ਮੁਸਲਮਾਨ ਭਾਈ ਸ਼ਹੀਦ ਹੋਏ ਆ, ਅੱਲਾ ਪਾਕ ਉਹਨਾਂ ਦੀ ਮਗਫਰਤ ਫਰਮਾਏ। ਅੱਲਾਹ ਤਾਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਆਲਾ ਮਕਾਮ ਨਸੀਬ ਫਰਮਾਏ ਔਰ ਜਿਹੜੇ ਉਹਨਾਂ ਦੇ ਲਵਾਹਕੀਨ ਆ ਉਹਨਾਂ ਨੂੰ ਸਬਰ ਜਮੀਲ ਅਤਾ ਫਰਮਾਏ। ਦਹਿਸ਼ਤਗਰਦੀ ਜਿਹੜੀ ਆ ਉਹ ਫਿਰ ਵਧਣ ਲੱਗ ਪਈ ਆ। ਬਸ ਅੱਲਾ ਪਾਕ ਆਪਣੇ ਕੋਈ ਰੋਕਥਾਮ ਕੋਈ ਨਹੀਂ ਦਹਿਸ਼ਤਗਰਦੀ ਦਾ? ਰੋਕਥਾਮ ਯਾਰ ਆਪਣੇ ਅਦਾਰਿਆਂ ਨੇ ਕਰਨੀ ਆ। ਅਫਵਾਜੇ ਪਾਕਿਸਤਾਨ ਨੇ ਆਲਰੇਡੀ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਤੇ ਲੋਕ ਦੇ ਵੀ ਰਹੇ ਆ। ਸਿਕਿਉਰਿਟੀ ਏਜੰਸੀਜ਼ ਆਪਣੀਆਂ ਜਿਹੜੀਆਂ ਕੰਮ ਕਰ ਰਹੀਆਂ। ਬਸ ਹੁਣ ਜਿਹੜੇ ਕਿਤੇ ਭਾਈ ਧਮਾਕੇ ਹੋਈ ਜਾਂਦੇ ਆ, ਕਿਤੇ ਮਤਲਬ ਕੁਛ ਹੋਈ ਜਾਂਦਾ, ਕਿਤੇ ਲੁੱਟ ਮਾਰ ਹੋਈ ਜਾਂਦੀ, ਕਤਲੋ ਗਾਰਤ। ਆ ਹੁਣ ਵੇਖੋਗੇ ਮਹਿੰਗਾਈ ਦਾ ਨਵਾਂ ਸਿਸਟਮ ਪਤਾ ਲੱਗਾ ਕਿ ਪੈਟਰੋਲ 250, ਡੀਜ਼ਲ 250 ਹੋ ਗਿਆ। ਡੀਜ਼ਲ ਤਾਂ 200 ਤੇ ਮੇਰਾ ਹਾਲ ਆ 62 262 ਤੇ 35 ਰੁਪਏ ਵਧੇ ਆ ਡੀਜ਼ਲ। ਪੈਟਰੋਲ ਜਿਹੜਾ ਵਾ ਉਹ ਹੋ ਗਿਆ ਵਾ 250 ਰੁਪਏ ਲੀਟਰ। ਹਾਂਜੀ ਤੇ ਬਸ ਯਾਰ ਅੱਲਾ ਪਤਾ ਨਹੀਂ ਕਿਹੜਾ ਬੰਦਾ ਕਹਿ ਰਿਹਾ ਕਿ ਇਸ ਤੋਂ ਵਧਾਇਆ ਵਾ ਕਿ ਦੁਨੀਆ ਨੇ ਸਟਾਕ ਕੀਤਾ ਸੀ, ਰੋਕਿਆ ਸੀ, ਇਸ ਵਜ੍ਹਾ ਤੋਂ ਵਧਾਤਾ, ਦੁਨੀਆ ਖੋਲ ਲਊਗੀ। ਨਹੀਂ ਗੱਲ ਇਹ ਆ ਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਨਾ ਪੈਟਰੋਲ ਡੀਜ਼ਲ ਦੀ ਪ੍ਰਾਈਸਿਸ ਥੱਲੇ ਗਈ ਆ, ਲੇਕਿਨ ਪਾਕਿਸਤਾਨ 'ਚ ਜਿਹੜੀ ਇਹਨਾਂ ਨੇ ਕੀਮਤ ਚੱਕੀ ਆ ਨਾ ਉਹਦੀ ਰੀਜ਼ਨ ਇਹ ਹੈਗੀ, ਉਹਦੀ ਵਜ੍ਹਾ ਇਹ ਹੈਗੀ ਆ ਕਿ IMF ਦੀ ਸ਼ਰਾਇਤ ਆ ਕਿ ਤੁਸੀਂ ਜਿਹੜਾ ਨਾ ਇਹਨਾਂ ਦੇ ਇਹਦੇ ਉੱਤੇ ਲੇਵੀਜ਼ ਜਾਂ ਦੂਸਰਾ ਟੈਕਸ ਵਗੈਰਾ ਲਾਓ ਕਿ ਪਾਕਿਸਤਾਨ ਜਿਹੜਾ ਨਾ IMF ਦੀ ਸ਼ਰਾਇਤ ਦੀ ਵਜ੍ਹਾ ਨਾਲ ਉਹਨਾਂ ਨੇ ਪੈਟਰੋਲ ਡੀਜ਼ਲ ਦੀ ਪ੍ਰਾਈਸ ਜਿਹੜੀ ਅਪ ਕੀਤੀ ਆ। ਅੱਛਾ, ਹੁਣ ਪਿਛਲੇ ਸਾਲ ਯਾਨੀ ਜਦੋਂ ਅਪ੍ਰੈਲ ਤੋਂ ਪਹਿਲੇ 2022 ਦੇ ਵਿੱਚ ਜਦੋਂ ਆ ਗਵਰਨਮੈਂਟ ਚੇਂਜ ਹੋਈ ਇਮਰਾਨ ਖਾਨ ਦੀ, ਉਦੋਂ 150 ਰੁਪਏ ਲੀਟਰ ਸੀਗਾ ਪੈਟਰੋਲ। ਤੇ ਉਦੋਂ ਲੋਕ ਜਿਹੜੇ ਆ ਉਹ ਇਹੀ ਕਹਿੰਦੇ ਸੀ ਕਿ ਯਾਰ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ, ਪੈਟਰੋਲ ਡੀਜ਼ਲ ਦੀ ਪ੍ਰਾਈਸਿਸ ਅਪ ਹੋ ਗਈ ਆ। ਹੁਣ ਦੇਖ ਲਓ ਕਿ ਪੂਰਾ 100 ਰੁਪਇਆ ਵੱਧ ਗਿਆ ਪੈਟਰੋਲ। ਹੁਣ ਲੋਕ ਜਿਹੜੇ ਆ, ਸਾਡਾ ਮੀਡੀਆ ਲੋਕ ਖਾਮੋਸ਼ ਆ। ਅੱਜ ਯਾਨੀ ਮੰਡੇ 30 ਜਨਵਰੀ ਅੱਜ ਦਾ ਦਿਨ ਜਿਹੜਾ ਹੈਗਾ ਵਾ 30 ਜਨਵਰੀ 2023, ਮੈਂ ਅੱਜ ਅਕਾੜੇ ਗਿਆ ਤੇ ਆਪਣੇ ਜਿਹੜੀ ਜ਼ਿਆ ਸ਼ਹੀਦ ਲਾਇਬ੍ਰੇਰੀ ਆ ਉਹਦੇ ਬਾਹਰ ਯਾਨੀ ਉਹਦੇ ਹਾਤੇ ਦੇ ਵਿੱਚ ਹੀ ਉਹ ਆਟੇ ਦਾ ਕੋਈ ਟਰੱਕ ਖੜਾ ਸੀ, ਟਰੱਕ ਟਾਈਪ ਨਾ ਆਟਾ, ਤੇ ਉਹ 'ਤੇ ਯਕੀਨ ਕਰੋ ਲੰਬੀ ਲਾਈਨ ਲੱਗੀ ਹੋਈ। ਉਹ ਥਾਂ ਤੇ ਲੱਗੀ। ਤੇ ਮੈਂ ਹੁਣ ਉਹ ਫਿਰਦਾ ਤੁਰਦਾ ਮੇਰੇ ਕੋਲ ਘੰਟਾ ਕੁ ਸੀਗਾ, ਮੈਂ ਫਿਰ ਰਿਹਾ ਸੀ ਉੱਥੇ। ਮੈਂ ਕੰਪਨੀ ਬਾਗ ਚਲਾ ਗਿਆ। ਮੈਂ ਕਿਹਾ ਚਲੋ ਨਾਲ ਇੱਥੇ ਮਾੜੀ ਜਿਹੀ ਵਾਕ ਕਰਦਾ। ਤੇ ਉੱਥੇ ਨਾ ਆਪਣੇ ਉਹ ਕਾਲਜ ਦਾ ਜਿਹੜੇ ਕੰਪਨੀ ਬਾਗ ਤੇ ਕਾਲਜ ਦੇ ਦਰਮਿਆਨ ਸੜਕ ਆ, ਉੱਥੇ ਉਹਨਾਂ ਨੇ ਉਹ ਆਟਾ ਪੇਮੈਂਟ ਦੇ ਉੱਤੇ ਚਿਣਿਆ ਆ ਤੇ ਲੰਬੀ ਲਾਈਨ ਯਕੀਨ ਕਰੋ ਲੱਗੀ ਵਿੱਚ। ਬੁੱਢੇ ਉਹ ਲੈਣ ਦੇ ਵਿੱਚ ਪਹਿਲਾਂ ਉਹਨਾਂ ਨੇ ਆਟਾ ਲੈਣਾ, ਫਿਰ ਦਿਹਾੜੀ ਤੇ ਵੀ ਜਾਣਾ। ਤੇ ਹੁਣ ਜੇ ਇਸ ਮੁਲਕ ਦੇ ਵਿੱਚ ਲੋਕ ਇੱਕ ਖਾਣ ਵਾਲੀ ਚੀਜ਼ ਜਿਹੜੀ ਆ, ਆਟਾ ਬੇਸਿਕ ਇਨਸਾਨਾਂ ਦੀ ਜ਼ਰੂਰਤ ਆ, ਹਰ ਬੰਦੇ ਨੇ, ਅਮੀਰ ਗਰੀਬ ਨੇ ਰੋਟੀ ਤਾਂ ਖਾਣੀ ਕਿ ਨਹੀਂ, ਉਹ ਲੈਣ ਵਾਸਤੇ ਲੋਕ ਲਾਈਨਾਂ 'ਚ ਖੜੇ ਆ। ਔਰਤਾਂ, ਬੱਚੇ, ਜ਼ਈਫ ਲੋਕ। ਉਸ ਮੁਲਕ ਨੇ ਕੀ ਤਰੱਕੀ ਕਰਨੀ? ਜ਼ਰਈ ਮੁਲਕ ਆ। ਔਰ ਫਿਰ ਆਟਾ ਦੇ ਰਿਹਾ ਆ ਉਹ ਸ਼ਨਾਖਤੀ ਕਾਰਡ ਮੇਰਾ ਖਿਆਲ ਲੈ ਕੇ ਉਹ ਦੇਖ ਕੇ, ਤੇ ਮੇਰਾ ਖਿਆਲ ਲੈਣਾ ਵੀ ਮੁੱਲ ਹੀ ਆ, ਮੁੱਲ ਹੀ ਲੈਣਾ ਔਰ ਫ੍ਰੀ ਲੈਣਾ। ਮੁੱਲ ਨਹੀਂ ਲੱਭਣ ਡਿਆ। ਹਾਂ, ਗੰਦਮ ਦੀ ਪ੍ਰਾਈਸ ਦੇਖੋ ਤੁਸੀਂ, ਹਰ ਲਿਹਾਜ਼ ਦੇ ਨਾਲ ਹੀ ਮਤਲਬ ਸਿਸਟਮ ਖਰਾਬ ਹੁੰਦਾ ਜਾਂਦਾ। ਕਿਤੇ ਕੀਮਤਾਂ ਮਿਡਲ ਕਲਾਸ ਲੋਕ ਨਹੀਂ, ਮਿਡਲ ਕਲਾਸ ਲੋਕ, ਗਰੀਬ ਲੋਕ ਜਿਹੜੇ ਨਾ, ਉਹਨਾਂ ਕੋਲ ਚੁਆਇਸ ਹੀ ਕੋਈ ਨਹੀਂ। ਨਾ ਤਾਂ ਉਹ ਮੁਲਕ ਤੋਂ ਬਾਹਰ ਹੀ ਜਾ ਸਕਦੇ ਆ, ਤੇ ਹੁਣ ਹਾਲਾਤ ਇਦਾਂ ਦੇ ਹੋ ਗਏ ਨਾ ਉਹ ਮੁਲਕ ਦੇ ਅੰਦਰ ਹੀ ਰਹਿ ਸਕਦੇ ਆ। ਮਹਿੰਗਾਈ ਦੇਖੋ, ਪੈਟਰੋਲ ਦੀ ਕੀਮਤ ਦੇਖੋ। ਹੁਣ ਅੱਗੇ ਸ਼ਹਿਰ ਜਾਂਦੇ ਸੀਗੇ 70-80 ਰੁਪਏ ਦਾ, 100 ਰੁਪਏ ਦਾ ਜਾਂ ਈਵਨ 150 ਰੁਪਏ ਦਾ ਪੈਟਰੋਲ ਪਵਾ ਕੇ ਤੁਸੀਂ ਗੇੜਾ ਕੱਢੇ ਹੁੰਦੇ ਸੀ। ਹੁਣ 250 ਦਾ ਲੀਟਰ ਪਵਾ ਕੇ ਤੇ ਗਰੀਬ ਬੰਦਾ ਕੀ ਕਰੂਗਾ? IMF ਦੀ ਸ਼ਰਾਇਤ ਇਹਨਾਂ ਨੇ ਮੰਨੀ ਹੈ ਕਿ, ਔਰ ਇਹ ਹਕੂਮਤ ਉਹ ਆ, ਮੈਂ ਕੋਈ ਦੇਖੋ ਸਿਆਸੀ ਗੱਲ ਹੀ ਲੋਕ ਸਮਝਦੇ ਕਿ ਕੋਈ ਸਿਆਸੀ ਗੁਫ਼ਤਗੂ ਸ਼ੁਰੂ ਕਰ ਦਿੰਦੇ ਆ। ਸਿਆਸੀ ਗੁਫ਼ਤਗੂ ਇੱਕ ਸਾਈਡ 'ਤੇ ਰੱਖੋ, ਲੇਕਿਨ ਪਾਕਿਸਤਾਨ ਬਾਰੇ ਸੋਚੋ, ਪਾਕਿਸਤਾਨ ਦੀ ਗਰੀਬ ਆਵਾਮ ਵਾਸਤੇ ਸੋਚੋ। ਹੁਣ ਜਿਸ ਬੰਦੇ ਦੇ ਕੋਲ ਕੋਈ ਵਸਾਇਲ ਨਹੀਂ ਹੈਗੇ, ਜਿਹਦੇ ਕੋਲ ਕੋਈ ਜ਼ਮੀਨ ਦਾ ਟੁਕੜਾ ਨਹੀਂ ਹੈਗਾ, ਜਾਂ ਜਿਹਦੇ ਕੋਲ ਕੋਈ ਚੰਗੀ ਜੌਬ ਨਹੀਂ ਹੈਗੀ, ਜਾਂ ਜਿਸ ਬੰਦੇ ਦਾ ਕੋਈ ਬਾਹਰ ਕੋਈ ਨਹੀਂ ਗਿਆ ਫੈਮਿਲੀ ਮੈਂਬਰ, ਉਸ ਬੰਦੇ ਵਾਸਤੇ ਤਾਂ ਬਹੁਤ ਮੁਸ਼ਕਿਲ ਆ। ਇੱਕ ਮਜ਼ਦੂਰ ਬੰਦਾ ਜਿਹਨੇ 1000, 1200, 1500 ਰੁਪਇਆ ਦਿਹਾੜੀ ਕਮਾ ਕੇ ਆਪਦੇ ਬੱਚਿਆਂ ਨੂੰ ਵੀ ਪਾਲਣਾ। 1000, 1500 ਵੀ ਕਿੱਥੇ ਆ, 600-700 ਦਿਹਾੜੀ। ਚਲੋ ਮੈਂ ਇੱਕ ਐਵਰੇਜ ਲੋਕਾਂ ਦਾ ਕਿਹਾ ਨਾ ਵੀ ਚਲੋ 700-800 ਚੱਲਦੀ ਹੈ। ਹਾਂ, ਤੇ ਉਹ ਬੰਦਾ ਕੀ ਖਾਊਗਾ? ਉਹ ਤਾਂ ਰੋਟੀ ਨਹੀਂ ਖਾ ਸਕਦਾ। ਡੇਲੀ ਜੇ ਦਿਹਾੜੀ ਲੱਗੇ, 700-800 ਦੀ ਜੇ ਡੇਲੀ ਦਿਹਾੜੀ ਲੱਗੇ,
ਕਿਤੇ ਦਿਹਾੜੀਆਂ ਨਹੀਂ ਵੀ ਲੱਗਦੀਆਂ, ਨਹੀਂ ਵੀ ਲੱਗਦੀਆਂ ਕੋਈ। ਹਾਂਜੀ, ਮੌਸਮ ਖਰਾਬ ਹੋ ਗਿਆ, ਈਦ ਸ਼ਿਵਰਾਤ ਆ ਗਈ, ਰਮਜ਼ਾਨ ਸ਼ਰੀਫ ਆ ਜਾਂਦਾ, ਫਿਰ ਲੋਕ ਜਿਹੜੇ ਆ ਕੰਮ ਵਿਚਾਰੇ ਰੋਜ਼ਾ ਰੱਖਦੇ ਆ, ਕੰਮ ਇਹਨਾਂ ਨਹੀਂ ਹੁੰਦਾ, ਤੇ ਉਹਨਾਂ ਲੋਕਾਂ ਵਾਸਤੇ ਸੋਚਣਾ ਚਾਹੀਦਾ ਸਾਨੂੰ। ਇੱਕ ਬਾਜੀ ਮਹਿੰਗਾਈ ਇੰਨੀ ਆ ਕਿ ਉਹ ਜਿਹੜਾ ਵਿਚਾਰਿਆਂ ਨੇ ਮਜ਼ਦੂਰ ਬੰਦੇ ਨੇ ਕੰਮ ਕਰਨਾ ਵਾ, ਹੁਣ ਆ ਚਿਪਸ ਵਾਲੇ ਹੁਣ ਰੋਂਦੇ ਆ, ਉਹ ਕਹਿੰਦੇ ਗੈਸ ਅੱਜ 320 ਰੁਪਏ ਗੈਸ ਹੋ ਗਈ ਆ, ਹਰ ਚੀਜ਼ ਮਹਿੰਗੀ ਹੋਈ ਹੈ, ਮਹਿੰਗਾ ਹੋ ਗਿਆ। ਹੁਣ ਪੈਟਰੋਲ ਦੀ ਕੀਮਤ ਚੜੀ ਆ ਨਾ, ਕਿਰਾਏ ਵਧ ਜਾਣੇ ਆ, ਹਾਂਜੀ, ਚੀਜ਼ਾਂ ਜਿਹੜੀਆਂ ਦੂਸਰੀਆਂ ਉਹਨਾਂ ਦੀ ਕੀਮਤ ਵੀ ਅਪ ਹੋ ਜਾਣੀ ਹੈ। ਹਾਂਜੀ, ਤੇ ਮਾੜਾ ਬੰਦਾ ਦੱਸੋ ਕੀ ਕਰੇ। ਉਹ ਚਿਪਸ ਵਾਲੇ ਨੂੰ ਪੁੱਛਿਆ, ਮੈਂ ਕਿਹਾ ਤੇਰਾ ਕੀ ਬਚਦਾ ਬਚਾਉਂਦਾ, ਕਹਿੰਦਾ ਭਰਾਵਾ 300-400 ਰੁਪਇਆ ਬਚਦਾ ਵਾ, ਪੈਟਰੋਲ ਘਿਓ ਦਾ ਪੈਕਟ ਉਹ ਕਹਿੰਦਾ ਮਹਿੰਗਾ, ਗੈਸ ਮਹਿੰਗੀ, ਹਰ ਸ਼ੈ ਮਹਿੰਗੀ, ਤੇ ਖਰਚਾ ਸਾਰਾ ਕੱਢ ਕਢਾ ਕੇ ਕਹਿੰਦਾ ਅਸੀਂ। ਔਰ ਇਹ ਹਕੂਮਤ ਦਾ ਨਾਰਾ ਸੀਗਾ ਕਿ ਅਸੀਂ ਜੀ 6 ਮਹੀਨਿਆਂ ਦੇ ਅੰਦਰ ਇਕਨੋਮੀ ਬਿਹਤਰ ਕਰ ਦਿਆਂਗੇ। ਹੁਣ ਕਹਿ ਰਿਹਾ ਸਾਨੂੰ ਸਾਡੇ ਕੋਲ ਕੋਈ ਲਾਇਆ ਅਮਲ ਹੀ ਨਹੀਂ ਹੈਗਾ। ਇਹਦੀ ਵਜ੍ਹਾ ਨਹੀਂ ਪਤਾ ਕੀ ਆ। ਦੇਖੋ, ਮੈਂ ਇੱਕ ਗੌਰਮੈਂਟ ਨੂੰ ਕਸੂਰਵਾਰ ਨਹੀਂ ਠਹਿਰਾਉਂਦਾ, ਇਹਦੇ ਵਿੱਚ 75 ਸਾਲਾਂ ਤੋਂ ਸਾਡੀਆਂ ਗਲਤ ਮਾਸ਼ੀ ਪਾਲਿਸੀਆਂ, ਇਹਦੇ 'ਚ ਸਾਡੇ ਸਾਰੇ ਹੁਕਮਰਾਨ ਜਿਹੜੇ ਆ ਉਹ ਜ਼ਿੰਮੇਦਾਰ ਆ ਇਸ ਤਬਾਹੀ ਦੇ, ਚਾਹੇ ਉਹ ਡਿਕਟੇਟਰ ਆ, ਚਾਹੇ ਉਹ ਸਿਵਲ ਬੰਦੇ ਆ। ਹਰ ਬੰਦਾ ਜਿਹੜਾ ਵੀ ਹੁਕੂਮਤ 'ਚ ਆਇਆ ਵਾ, ਉਹਦੀਆਂ ਗਲਤ ਪਾਲਿਸੀਆਂ ਦਾ ਨਤੀਜਾ ਵਾ ਕਿ ਅੱਜ ਅਸੀਂ ਇਸ ਦੁਰਾਹੇ 'ਤੇ ਖੜ੍ਹੇ ਹਾਂ। ਸਾਡੇ ਯਾਨੀ ਪਾਕਿਸਤਾਨ ਦੇ ਵਿੱਚ ਅਸੀਂ ਆਪਦੇ ਖਰਚੇ ਕੰਟਰੋਲ ਨਹੀਂ ਕੀਤੇ, ਆਪਦੀ ਆਮਦਨ 'ਚ ਇਜ਼ਾਫਾ ਨਹੀਂ ਕੀਤਾ। ਅੱਜ ਵੀ ਦੇਖੋ ਸਾਡੀ ਕਬੀਨਾ ਪ੍ਰਾਈਮ ਮਿਨਿਸਟਰ ਦੀ ਬਹੁਤ ਵੱਡੀ ਆ, ਵਜ਼ੀਰ ਆ ਜੀ, ਮਸ਼ੀਰ ਆ, ਉਹਨਾਂ ਨੇ ਆਪਦੇ ਅਲੱਲੇ ਥਲੱਲੇ ਉਹ ਘਟਾਏ ਨਹੀਂ, ਆਪਦੇ ਖਰਚੇ ਉੱਦਾਂ ਹੀ ਆ, ਆਪਦੇ ਜਿਹੜੇ ਆ ਉਹਨਾਂ ਦੇ ਅਯਾਸ਼ੀਆਂ, ਆਪਦਾ ਜਿਹੜਾ ਉਹਨਾਂ ਦਾ ਪ੍ਰੋਟੋਕੋਲ ਆ, ਆਪਦਾ ਜਿਹੜਾ ਉਹਨਾਂ ਦਾ ਹਿਸਾਬ ਕਿਤਾਬ ਆ ਉੱਦਾਂ ਹੀ ਰੱਖਿਆ ਆ। ਪਰ ਮਾੜੇ ਬੰਦੇ ਦੇ ਉੱਤੇ ਸਾਰੇ ਕਵਾਨੀਨ ਲਾਗੂ ਹੁੰਦੇ ਆ। ਹੁਣ ਅੱਜ ਮੈਂ ਦੇਖਿਆ, ਆਪਦੀਆਂ ਅੱਖਾਂ ਨਾਲ ਦੇਖਿਆ ਕਿ ਆਟੇ ਵਾਸਤੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ। ਮਰਿਆ ਤੇ ਮਾੜਾ ਬੰਦਾ, ਹੁਣ ਮਾੜਾ ਬੰਦਾ ਅਮੀਰ ਬੰਦੇ ਨੂੰ ਕੀ ਹੈਗਾ, ਅਮੀਰ ਬੰਦੇ ਨੂੰ ਕੀ ਆ, ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ। ਅੱਛਾ, ਹੁਣ ਉਹ ਲੋਕ ਜਿਹੜੇ ਆ ਉਹ ਹੁਣ ਫਿਰ ਸਾਡੀ ਕੌਮ ਦਾ ਵੀ ਕਸੂਰ ਹੈਗਾ ਕਿਸੇ ਹੱਦ ਤੱਕ, ਵੀ ਤੁਸੀਂ ਫਾਹ ਲੈ ਕੇ ਆਪ ਮਰ ਰਹੇ ਭੁੱਖ ਦੇ ਦੁੱਖੋਂ, ਤੁਸੀਂ ਇਹਤਜਾਜ ਨਹੀਂ ਕਰਦੇ। ਉਹ ਮਾੜਾ ਬੰਦਾ ਸੀ ਨਾ, ਤਕੜੇ ਬੰਦੇ ਕੋਲ ਬੈਠਾ ਰੋਟੀ ਖਾਣ ਦਿਆ ਸੀ, ਉਹ ਕਹਿੰਦਾ ਚੌਰੀ ਮਹਿੰਗਾਈ ਬੜੀ ਹੋ ਗਈ ਆ, ਉਹ ਕਹਿੰਦਾ ਮਹਿੰਗਾਈ ਦਾ ਢੂਆ ਮਾਰ, ਤੂੰ ਰੋਟੀ ਖਾ ਬਸ। ਹਾਂ, ਉਹ ਤਾਂ ਤਗੜਾ ਬੰਦਾ ਸੀ, ਉਹਨੇ ਕਿਹਾ ਮਹਿੰਗਾਈ ਲਾਈ ਆ, ਮਹਿੰਗਾਈ ਦਾ ਢੂਆ ਮਾਰ, ਤੂੰ ਰੋਟੀ ਖਾ। ਹਾਂਜੀ, ਉਹ ਤਗੜੇ ਬੰਦੇ ਨੂੰ ਕੀ, ਹੁਣ ਮਾੜੇ ਬੰਦੇ ਨੂੰ ਰੋਟੀ ਲੱਭੂ ਤੋਂ ਖਾਊਗਾ, ਉਹਨੇ ਕਿੱਥੋਂ ਖਾਣੀ ਆ। ਹੁਣ ਜਿੱਦਾਂ ਦੇ ਹਾਲਾਤ ਆ, ਰੋਟੀ ਤੋਂ ਵੀ ਬੰਦੇ ਤੰਗ ਆ ਗਏ, ਤਗੜੇ ਬੰਦੇ ਨੂੰ ਕੀ ਆ। ਹਾਂ, ਤੇ ਹੁਕਮਰਾਨ ਚੇਂਜ ਹੁੰਦੇ। ਮੈਂ ਤੁਹਾਨੂੰ ਲੱਗਾ ਸੀ ਗੱਲ ਦੱਸਣ, ਗਲਤ ਮਾਸ਼ੀ ਪਾਲਿਸੀਆਂ ਦਾ ਨਤੀਜਾ ਕਿ ਮੁਲਕ ਇਸ ਹਾਲਾਤ ਨੂੰ ਪਹੁੰਚਿਆ। ਇਹਦੇ 'ਚ ਸਾਰੇ ਸਾਡੇ ਹੁਕਮਰਾਨ ਜਿਹੜੇ ਆ ਉਹ ਜ਼ਿੰਮੇਦਾਰ ਆ। ਠੀਕ ਹੈ ਜੀ। ਸਾਡੇ ਮੁਲਕ ਦੇ ਵਿੱਚ ਤਰੱਕੀ ਪਤਾ ਕਿਹਨੂੰ ਸਮਝਦੇ ਆ? ਸਾਡੇ ਮੁਲਕ ਦੇ ਵਿੱਚ ਮਾਸ਼ੀ ਤਰੱਕੀ ਸਮਝਦੇ ਆ ਕਿ ਸਾਨੂੰ ਕਰਜ਼ਾ ਆਸਾਨ ਕਿਸ਼ਤਾਂ ਤੇ ਮਿਲ ਗਿਆ, ਇਹਨੂੰ ਇਹ ਮਾਸ਼ੀ ਤਰੱਕੀ ਸਮਝਦੇ ਆ। ਇਹਨੂੰ ਨਹੀਂ ਤਰੱਕੀ ਇਹ ਹੁੰਦੀ ਆ ਕਿ ਆਮਦਨੀ ਤੁਸੀਂ ਇਜ਼ਾਫਾ ਕਰੋ, ਆਪਦੇ ਖਰਚੇ ਕੰਟਰੋਲ ਕਰੋ। ਦੇਖੋ, ਤੁਸੀਂ ਗੋਸ਼ਤ ਖਾਓ, ਬੱਕਰੇ ਦਾ ਗੋਸ਼ਤ ਖਾਓ, ਚੰਗੇ ਕੱਪੜੇ ਪਾਓ, ਤੁਸੀਂ ਚੰਗੀ ਗੱਡੀ ਰੱਖੋ, ਚੰਗਾ ਘਰ ਬਣਾਓ, ਆਪਦੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਲਾਓ ਆਪਦੀ ਕਮਾਈ ਨਾਲ, ਨਾ ਕਿ ਆਧਾਰ ਫੜ ਕੇ। ਆਧਾਰ ਫੜ ਕੇ ਤੁਸੀਂ ਘਰ ਨਹੀਂ ਚਲਾ ਸਕਦੇ। ਹੁਣ ਪੈਸਾ ਲੈ ਕੇ ਤੁਸੀਂ ਇੱਧਰੋਂ ਉੱਧਰੋਂ ਪੈਸੇ ਫੜ ਕੇ ਖਰਚੀ ਜਾਓ, ਤੇ ਸ਼ਾਮ ਨੂੰ ਜਨਾਬ ਤੁਹਾਡੇ ਬੂਹੇ ਤੇ 10 ਬੰਦੇ ਖੜੇ ਹੋਣ, ਭਾਈ ਸਾਡੇ ਪੈਸੇ ਵਾਪਸ ਕਰ। ਆਪਦੀ ਆਮਦਨ ਬਣਾ ਕੇ, ਆਪ ਪੈਸਾ ਕਮਾ ਕੇ, ਆਪਦੇ ਪੈਸੇ ਨਾਲ ਤੁਸੀਂ ਚੰਗਾ ਲਿਬਾਸ ਪਾਓ, ਚੰਗਾ ਘਰ ਬਣਾਓ, ਚੰਗਾ ਖਾਓ ਪੀਓ, ਬੱਚਿਆਂ ਨੂੰ ਚੰਗੀ ਤਾਲੀਮ ਦਿਲਾਓ। ਹੁਣ ਸਾਡੇ ਮੁਲਕ ਦੇ ਵਿੱਚ ਆਮਦਨ 'ਚ ਇਜ਼ਾਫਾ ਤਾਂ ਕਰਦੇ ਨਹੀਂ, ਟੈਕਸ ਕਲੈਕਸ਼ਨ ਇਹ ਬਿਹਤਰ ਕਰ ਨਹੀਂ ਸਕਦੇ, ਕਿਉਂਕਿ ਇਹਨਾਂ ਨੇ ਵੈਸੇ ਹੀ ਨੈਬ ਖਤਮ ਕਰਤੀ, ਇਹਤਸਾਬ ਕਿਸੇ ਦਾ ਹੋਣ ਨਹੀਂ ਦਿੰਦੇ। ਠੀਕ ਹੈ ਜੀ। ਕਰਪਸ਼ਨ, ਬਦਨਵਾਨੀ ਪੂਰੀ ਸੁਸਾਇਟੀ 'ਚ ਸਰਾਇਤ ਕਰ ਗਈ ਆ। ਹੈ ਜੀ। ਮਾਸ਼ਰਾ ਜਿਹੜਾ ਦਿਨ ਬ ਦਿਨ ਜਿਹੜਾ ਉਠਾਂ ਨੂੰ ਜਾ ਰਿਹਾ, ਅਕਾਊਂਟੇਬਿਲਟੀ, ਇਹਤਸਾਬ ਕਿਸੇ ਦਾ ਹੋ ਨਹੀਂ ਰਿਹਾ। ਇਹੀ ਵਜ੍ਹਾ ਕਿ ਮਹਿੰਗਾਈ ਵੱਧ ਰਹੀ ਆ। ਔਰ ਇਹ ਸਾਡੇ ਸਿਆਸਤਦਾਨ ਕੀ ਕਹਿ ਰਹੇ, ਹਾਂਜੀ ਸਾਨੂੰ ਜੀ ਆਸਾਨ ਸ਼ਰਾਇਤ ਦੇ ਕਰਜ਼ਾ ਮਿਲ ਗਿਆ, ਇਹਨੂੰ ਕਾਮਯਾਬੀ ਸਮਝਦੇ। ਇਹ ਕਦੀ ਕਾਮਯਾਬੀ ਆ? ਹੁਣ ਮੈਂ ਇੱਥੇ ਪਾਕਿਸਤਾਨ 'ਚ ਆਇਆ, ਮੈਂ ਇੱਥੇ 10 ਬੰਦਿਆਂ ਤੋਂ ਕਰਜ਼ਾ ਲੈ ਕੇ ਖਾ ਪੀ ਜਾਵਾਂ, ਤੇ ਬਾਅਦ ਦੇ ਵਿੱਚ ਉਹ ਕਰਜ਼ਾ ਦੇਣਾ ਕਿਹਨੇ ਆ? ਇਹ ਅਸਲ ਚੀਜ਼ ਇਹ ਆ ਕਿ ਸਾਡੇ ਮੁਲਕ ਦੇ ਵਿੱਚ ਬਿਜ਼ਨਸ ਦੇ ਤਵੱਜੋ ਦਿੱਤੀ ਜਾਵੇ, ਅਕਾਊਂਟੇਬਿਲਟੀ, ਇਹਤਸਾਬ ਦਾ ਅਮਲ ਹੋਵੇ, ਚਾਹੇ ਕੋਈ ਬੰਦਾ ਵੀ ਆ। ਹੁਣ ਲੋਕ ਇੱਥੇ ਸਿਆਸਤ ਵਿੱਚ ਲੈ ਆਉਂਦੇ ਆ, ਸਿਆਸਤ ਦਾ ਕੀ ਤਲਕ ਹੈ ਯਾਰ? ਭੁੱਖ ਨਾਲ ਮਰ ਰਿਹਾ ਗਰੀਬ ਆਦਮੀ। ਹੁਣ ਸਿਆਸਤ ਅਸੀਂ ਢੂਆ ਮਾਰਨਾ ਸਿਆਸਤ ਦਾ? ਜੇ ਇਸ ਮੁਲਕ ਦੇ ਵਿੱਚ ਇੱਕ ਜ਼ਰਈ ਮੁਲਕ 'ਚ ਲੋਕ ਆਟਾ ਲੈਣ ਵਾਸਤੇ ਲਾਈਨਾਂ 'ਚ ਖੜੇ ਆ, ਉਹ 'ਚ ਤੁਸੀਂ ਸਿਆਸਤ ਕਰ ਰਹੇ ਜੀ, ਫਲਾਣੇ ਨੂੰ ਵੋਟ ਦਿਓ, ਇਹ ਕਰੋ ਉਹ ਕਰੋ। ਗਲਤ ਮਾਸ਼ੀ ਪਾਲਿਸੀਆਂ ਸਾਰੇ ਜਿੰਨੇ ਵੀ ਸਿਆਸਤਦਾਨ ਨੇ ਬਣਾਈਆਂ ਉਹ ਜ਼ਿੰਮੇਦਾਰ ਆ ਇਹਦੇ।
ਸਾਡੇ ਮੁਲਕ ਦੇ ਵਿੱਚ ਇਹ ਤਰੱਕੀ ਸਮਝਦੇ ਜੀ, ਕਿਦੋਂ ਕਰਜ਼ਾ ਲੱਭ ਗਿਆ IMF ਤੋਂ ਇਹ ਟਪੂਸੀਆਂ ਲਾ ਪੈਂਦੇ ਮਾਨ, ਹਾਂ ਜੀ ਬਹੁਤ ਜੀ ਮਾਸ਼ੀ ਤਰੱਕੀ ਹੋ ਗਈ ਆ ਵੀ, ਆਧਾਰ ਲੱਭ ਗਿਆ ਕਿਤੇੋਂ ਵੀ ਹੁਣ 6 ਮਹੀਨੇ ਸੌਖੇ ਲੰਘ ਜਾਣਗੇ। ਇਹ ਕਾਹਦੀ ਤਰੱਕੀ ਆ? ਤੁਸੀਂ ਮੁਲਕ ਦੇ ਵਿੱਚ ਬਿਜ਼ਨਸ ਜਿਹੜਾ ਅਪਰਚੁਨਿਟੀਜ਼ ਪੈਦਾ ਕਰੋ, ਹਾਂ ਕਰਜ਼ਾ ਉਹ ਵੀ ਸੂਦ ਦੇ ਉੱਤੇ, ਜਿਹੜਾ ਕਿ ਇਸਲਾਮੀ ਨੁਕਤਾ ਨਜ਼ਰ ਨਾਲ ਹਰਾਮ ਆ। ਅੱਲਾਹ ਔਰ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨਾਲ ਖੁੱਲੀ ਜੰਗ ਆ ਜਿਹੜਾ ਬੰਦਾ ਸੂਦੀ ਕੰਮ ਕਰਦਾ। ਸੂਦ ਤੇ ਪੈਸਾ ਲੈ ਲੈ ਕੇ ਇਹ ਸਿਆਸਤਦਾਨ ਇਹ ਉਹ ਖਾਈ ਪੀ ਜਾਂਦੇ ਆ, ਕਰਜ਼ਾ ਮੁਲਕ ਤੇ ਚੜ੍ਹਦਾ ਜਾਂਦਾ, ਭੁੱਖੀ ਆਵਾਮ ਮਰ ਰਹੀ ਆ, ਉਹਨਾਂ ਨੂੰ ਕੀ ਹੈਗਾ? ਤੇ ਇਹਨੂੰ ਇਹ ਮਾਸ਼ੀ ਤਰੱਕੀ ਸਮਝਦੇ ਆ। ਭਾਜੀ ਹੁਣ ਧਮਾਕਿਆਂ ਦਾ ਇਹਦਾ ਕੋਈ ਜ਼ਿੰਮੇਦਾਰ ਕੀ? ਯਾਰ ਧਮਾਕੇ ਅੱਲਾਹ ਤਾਲਾ ਰਹਿਮ ਫਰਮਾਏ, ਬਹੁਤ ਅਫਸੋਸਨਾਕ ਵਾਕਿਆ ਵਾ। ਅੱਲਾਹ ਪਾਕ ਜਿਹੜੇ ਉਹਦੇ 'ਚ ਸ਼ਹੀਦ ਹੋਏ ਆ ਉਹਨਾਂ ਦੀ ਮਗਫਰਤ ਫਰਮਾਏ। ਹੁਣ ਇਹ ਤੇ ਯਾਰ ਆਪਣੀ ਸਿਕਿਉਰਿਟੀ ਏਜੰਸੀਜ਼ ਜਿਹੜੇ ਹਾਂਜੀ ਹਾਂ ਜ਼ਿਆਦਾ ਵੱਧ ਗਈ ਤਾਦਾਦ, ਜ਼ਖਮੀ ਕਾਫੀ ਆ, ਜਿਹੜੇ ਜ਼ਖਮੀ ਆ ਉਹ ਵਿਚਾਰੇ ਫਿਰ ਬਾਅਦ 'ਚ ਸ਼ਹੀਦ ਹੋ ਗਏ। ਜ਼ੋਰ ਤੋਂ ਬਾਅਦ ਹੋਇਆ ਮੇਰਾ ਖਿਆਲ। ਹਾਂ ਦੁਪਹਿਰੇ ਹਾਂ ਉਸ ਟਾਈਮ ਹੀ ਤਕਰੀਬਨ ਮਸਜਿਦਾਂ ਦੇ 'ਚ ਕਰਨੋਂ ਨਹੀਂ ਹਟਦੀ ਧਮਾਕੇ ਯਾਰ। ਬਸ ਜਿਹੜੇ ਹੁਣ ਇਸਲਾਮ ਦੇ ਪਾਕਿਸਤਾਨ ਦੇ ਦੁਸ਼ਮਣ ਆ ਉਹ ਤੇ ਕੋਈ ਮੌਕਾ ਵੀ ਜ਼ਾਇਆ ਨਹੀਂ ਜਾਣ ਦਿੰਦੇ। ਬਸ ਇਹ ਤਾਂ ਹੈਗਾ ਕਿ ਅੱਲਾਹ ਪਾਕ ਸਾਡੇ ਮੁਲਕ ਦੇ ਉੱਤੇ ਰਹਿਮ ਫਰਮਾਏ, ਅੱਲਾਹ ਤਾਲਾ